ਹਾਂਜੀ। BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀ ਸਮੈਸਟਰ ਪਹਿਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਿਲੇਬਸ ਔਰ ਤੁਹਾਡੀ ਪੁਸਤਕ ਜਿਸ ਦੇ ਵਿੱਚੋਂ ਅੱਜ ਇੱਕ ਕਵੀ ਬਾਰੇ ਅਸੀਂ ਗੱਲ ਕਰਨੀ ਹੈ। ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਜਿਹੜਾ ਤੁਹਾਡੇ ਸਿਲੇਬਸ ਦਾ ਹਿੱਸਾ ਹੈ, ਉਹਦੇ ਵਿੱਚ 14ਵਾਂ ਕਵੀ ਹੈ ਸ਼ਿਵ ਕੁਮਾਰ ਬਟਾਲਵੀ। ਸ਼ਿਵ ਕੁਮਾਰ ਬਟਾਲਵੀ ਦਾ ਨਾਂ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਹੜਾ ਨਾ ਜਾਣਦਾ ਹੋਵੇ। ਜਿਹੜਾ ਥੋੜ੍ਹੀ ਬਹੁਤ ਵੀ ਸਾਹਿਤਕ ਮੱਸ ਰੱਖਣ ਵਾਲਾ ਬੰਦਾ ਹੈ, ਉਹ ਸ਼ਿਵ ਕੁਮਾਰ ਬਟਾਲਵੀ ਦੇ ਸਾਹਿਤ ਬਾਰੇ, ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਬਾਰੇ, ਸ਼ਿਵ ਕੁਮਾਰ ਬਟਾਲਵੀ ਦੀ ਗੀਤਕਾਰੀ ਬਾਰੇ ਬਾਖੂਬੀ ਜਾਣਦਾ ਹੈ। ਤਾਂ ਤੁਹਾਡੇ ਸਿਲੇਬਸ ਦੀ ਇਸ ਪੁਸਤਕ ਦੇ ਵਿੱਚ 14ਵੇਂ ਨੰਬਰ ਤੇ ਸ਼ਿਵ ਕੁਮਾਰ ਬਟਾਲਵੀ ਦਾ ਨਾਂ ਅੰਕਿਤ ਹੈ। ਸ਼ਿਵ ਕੁਮਾਰ ਬਟਾਲਵੀ 20ਵੀਂ ਸਦੀ ਦਾ ਇੱਕ ਸ਼੍ਰੋਮਣੀ ਪ੍ਰਗੀਤਕਾਰ ਮੰਨਿਆ ਜਾਂਦਾ ਹੈ, ਜਿਹੜਾ 8 ਅਕਤੂਬਰ 1937 ਨੂੰ ਪਿੰਡ ਲਹੋਟੀਆਂ ਜ਼ਿਲ੍ਹਾ ਸਿਆਲਕੋਟ ਦੇ ਵਿੱਚ ਜਨਮ ਲੈਂਦਾ ਹੈ। ਪਿਤਾ ਸ਼੍ਰੀ ਕ੍ਰਿਸ਼ਨ ਲਾਲ ਦੇ ਘਰ ਤੇ ਮਾਤਾ ਸ਼੍ਰੀ ਸ਼ਾਂਤੀ ਦੇਵੀ ਦੀ ਕੁੱਖੋਂ ਇਸ ਮਹਾਨ ਸ਼ਾਇਰ ਦਾ ਜਨਮ ਹੁੰਦਾ ਹੈ। ਔਰ ਪੁਸ਼ਤੈਨੀ ਤੌਰ ਤੇ ਚੰਗੀ ਆਰਥਿਕ ਹਾਲਤ ਵਾਲੇ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਹੈ ਸ਼ਿਵ ਕੁਮਾਰ ਬਟਾਲਵੀ। ਔਰ ਉਹਨਾਂ ਦੇ ਜਿਹੜੇ ਪਿਤਾ ਜੀ ਹੈ ਉਹ ਆਪਣੇ ਸਮੇਂ ਦੇ ਵਿੱਚ ਤਹਿਸੀਲਦਾਰ ਦੇ ਅਹੁਦੇ ਤੇ ਤਾਇਨਾਤ ਹੈ। ਤੇ ਪਿਤਾ ਦੀ ਨੌਕਰੀ ਕਰਕੇ ਉਸਨੇ ਪਹਿਲੀ ਸਿੱਖਿਆ ਵੱਖ-ਵੱਖ ਸਕੂਲਾਂ ਚੋਂ ਪ੍ਰਾਪਤ ਕੀਤੀ। ਉਹ ਬਟਾਲੇ ਕਾਲਜ 'ਚ ਉੱਚੀ ਸਿੱਖਿਆ ਪ੍ਰਾਪਤ ਕਰਨ ਲਈ ਦਾਖਲ ਹੋਇਆ, ਪਰ ਘਰੇਲੂ ਹਾਲਤ ਚੰਗੀ ਨਾ ਹੋਣ ਕਰਕੇ BA ਵੀ ਪਾਸ ਨਾ ਕਰ ਸਕਿਆ। ਘਰੇਲੂ ਹਾਲਤ ਚੰਗੀ ਨਾ ਹੋਣ ਕਰਕੇ BA ਵੀ ਪਾਸ ਨਾ ਕਰ ਸਕਣਾ ਕਿਤੇ ਨਾ ਕਿਤੇ ਸਾਨੂੰ ਸ਼ੱਕ ਦੇ ਘੇਰੇ 'ਚ ਪਾਉਂਦਾ ਹੈ ਕਿ ਪਿਤਾ ਤਹਿਸੀਲਦਾਰ ਹੋਵੇ ਤੇ ਘਰ ਦੀ ਹਾਲਤ ਚੰਗੀ ਨਾ ਹੋਵੇ। ਲੇਕਿਨ ਕਿਸ ਪੱਖ ਤੋਂ ਚੰਗੀ ਨਹੀਂ ਸੀ, ਇਹਦੇ ਬਾਰੇ ਜਿਹੜਾ ਉਹ ਕਿਤੇ ਸਪਸ਼ਟ ਨਹੀਂ ਹੁੰਦਾ। ਫਿਰ ਉਹ ਪਿਤਾ ਤਹਿਸੀਲਦਾਰ ਹੋਣ ਕਰਕੇ ਕੁਦਰਤੀ ਗੱਲ ਹੈ ਕਿ ਉਹਨੂੰ ਕੁਝ ਸਮਾਂ ਪਟਵਾਰੀ ਦੇ ਅਹੁਦੇ ਤੇ ਕੰਮ ਕਰਨ ਦਾ ਮੌਕਾ ਵੀ ਮਿਲਿਆ ਤੇ ਬਾਅਦ 'ਚੋਂ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਨੇ ਉਹਦੀ ਕਾਵਿ ਪ੍ਰਤਿਭਾ ਦੇ ਆਧਾਰ ਤੇ ਉਹਨੂੰ ਨੌਕਰੀ ਦੇਤੀ। ਠੀਕ ਹੈ। ਤੇ ਬਿਰਹਾ ਦਾ ਸੁਲਤਾਨ ਇੱਕ ਕਵੀ ਚੇਤ ਅਚੇਤ ਮੌਤ ਦੀ ਕਲਪਨਾ ਕਰਦਾ ਰਿਹਾ ਤੇ 6 ਮਈ 1973 ਨੂੰ ਦੁਨੀਆ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਿਆ। ਉਹ ਪੰਜਾਬੀ ਆਕਾਸ਼ ਦੇ ਵਿੱਚ ਇੱਕ ਨਵਾਂ ਸਿਤਾਰਾ ਸੀ, ਇੱਕ ਨਵਾਂ ਰੌਸ਼ਨ ਦਿਮਾਗ ਕਹਿ ਸਕਦੇ ਹਾਂ ਕਿ ਇੱਕ ਕਵੀ ਸੀ। ਬੜੀ ਛੇਤੀ ਹੀ ਉਹਨੇ ਸਾਹਿਤ ਖੇਤਰ 'ਚ ਇੱਕ ਮਾਣਯੋਗ ਥਾਂ ਜਿਹੜੀ ਆ ਉਹ ਹਾਸਲ ਕਰ ਲਈ। ਉਹਦੇ ਗੀਤਾਂ ਦਾ ਪੰਜਾਬੀ ਸਾਹਿਤ ਦੇ ਵਿੱਚ ਜਿਵੇਂ ਹੜ ਜਿਹਾ ਆ ਗਿਆ। ਉਹਦੀ ਰਚਨਾ ਦੇ ਵਿੱਚ ਜੀਵਨ ਦੀ ਅਸਲੀਅਤ ਜਿਹੜੀ ਹੈ ਉਹ ਕੁੱਟ-ਕੁੱਟ ਕੇ ਭਰੀ ਹੋਈ ਸੀ। ਉਹਦੀ ਬੋਲੀ ਬੜੀ ਸ਼ਲਾਘਾਯੋਗ ਸੀ ਨਹੀਂ ਕਹਾਂਗਾ, ਹੈ, ਕਿਉਂਕਿ ਸਾਹਿਤਕਾਰ ਕਦੇ ਵੀ ਖਤਮ ਨਹੀਂ ਹੁੰਦਾ, ਕਿਉਂਕਿ ਉਹ ਆਪਣੇ ਸਾਹਿਤ ਦੇ ਜ਼ਰੀਏ ਹਮੇਸ਼ਾ ਜ਼ਿੰਦਾ ਰਹਿੰਦਾ ਹੈ। ਤੇ ਉਹਦੇ ਬਹੁਤੇ ਗੀਤ ਜਿਹੜੇ ਆ ਉਹ ਬਿਰਹੋਂ ਨਾਲ ਭਰਪੂਰ ਮਿਲਦੇ ਆ। ਉਹਨੂੰ ਭਾਰਤੀ ਸਾਹਿਤ ਅਕਾਦਮੀ ਤੇ ਪੰਜਾਬ ਸਰਕਾਰ ਵੱਲੋਂ ਵੀ ਇਨਾਮਾਤ ਹਾਸਲ ਹੋਏ ਤੇ ਉਹਦੀਆਂ ਜਿਹੜੀਆਂ ਪ੍ਰਸਿੱਧ ਰਚਨਾਵਾਂ ਹੈਗੀਆਂ, ਉਹਦੇ ਜਿਹੜੇ ਕਾਵਿ ਸੰਗ੍ਰਹਿ ਹੈਗੇ ਆ, ਉਹ ਨੇ 1960 ਦੇ ਵਿੱਚ ਉਹ ਦਿੰਦਾ ਹੈ ਪੀੜਾਂ ਦਾ ਪਰਾਗਾ, 1961 ਦੇ ਵਿੱਚ ਲਾਜਵੰਤੀ ਤੇ ਫਿਰ 1962 ਦੇ ਵਿੱਚ ਆਟੇ ਦੀਆਂ ਚਿੜੀਆਂ, ਫਿਰ 1963 'ਚ ਮੈਨੂੰ ਵਿਦਾ ਕਰੋ ਤੇ 1964 'ਚ ਆ ਕੇ ਉਹ ਬਿਰਹਾ ਤੂੰ ਸੁਲਤਾਨ ਵਰਗੀ ਜਿਹੜੀ ਹੈ ਉਹ ਕਾਵਿ ਰਚਨਾਵਾਂ ਨਾਲ ਭਰਪੂਰ ਕਾਵਿ ਪੁਸਤਕ ਜਿਹੜੀ ਹੈ ਉਹ ਦਿੰਦਾ। 1964 ਦੇ ਵਿੱਚ ਹੀ ਫਿਰ ਉਹ ਦਰਦਮੰਦਾਂ ਦੀਆਂ ਆਹੀਂ ਇੱਕ ਪੁਸਤਕ ਦਿੰਦਾ ਹੈ। 1965 'ਚ ਉਹਦਾ ਸ਼ਾਹਕਾਰ ਮਹਾਕਾਵਿ ਛਪਦਾ ਹੈ ਲੂਣਾ। ਲੂਣਾ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿਆਂ ਕਿ ਇੱਕ ਪੂਰਨ ਭਗਤ ਦਾ ਕਿੱਸਾ ਤੁਸੀਂ ਜ਼ਰੂਰ ਸੁਣਿਆ ਹੋਣਾ। ਪੂਰਨ ਭਗਤ ਦੇ ਕਿੱਸੇ ਦੇ ਵਿੱਚ ਲੂਣਾ ਦਾ ਕਰੈਕਟਰ ਆਉਂਦਾ ਹੈ। ਲੂਣਾ ਜਿਹੜੀ ਹੈ ਉਹ ਆਪਣੇ ਤੋਂ ਛੋਟੀ ਉਮਰ ਦੇ ਪੁੱਤਰ ਦੇ ਥਾਂ ਲੱਗਦੇ ਪੂਰਨ ਦੇ ਉੱਪਰ ਮੋਹਿਤ ਹੋ ਜਾਂਦੀ ਹੈ। ਉਹਦੇ ਮੋਹਿਤ ਹੋਣ ਦਾ ਕਾਰਨ ਕੀ ਹੈ ਕਿ ਉਹ ਆਪ ਜਿਹੜੀ ਹੈ ਬਹੁਤ ਘੱਟ ਉਮਰ ਦੀ ਹੈ, ਜਵਾਨ ਉਮਰ ਦੀ ਹੈ ਤੇ ਰਾਜੇ ਸਲਵਾਨ ਦੇ ਨਾਲ ਉਹਦਾ ਜਿਹੜਾ ਵਿਆਹ ਹੋ ਜਾਂਦਾ ਹੈ, ਉਹ ਰਾਜਾ ਸਲਵਾਨ ਹੈ ਜਿਹੜਾ, ਉਹਦੀ ਉਮਰ ਬਹੁਤ ਜ਼ਿਆਦਾ ਹੈਗੀ ਹੈ, ਜਿਹਦੇ ਕਰਕੇ ਲੂਣਾ ਜਿਹੜੀ ਹੈ ਕਿਤੇ ਨਾ ਕਿਤੇ ਆਪਣੀਆਂ ਜਿਹੜੀਆਂ ਭਾਵਨਾਤਮਕ ਲੋੜਾਂ ਹੈ ਉਹਨਾਂ ਦੀ ਪੂਰਤੀ ਵਸ
ਪੂਰਨ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਹੈ, ਲੇਕਿਨ ਪੂਰਨ ਭਗਤ ਜਿਹੜਾ ਹੈ ਉਹ ਉਸਨੂੰ ਇੱਕ ਮਾਂ ਦਾ ਦਰਜਾ ਹੀ ਦਿੰਦਾ ਹੈ, ਤੇ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਸੰਬੰਧਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਪਰ ਸ਼ਿਵ ਕੁਮਾਰ ਨੇ ਲੂਣਾ ਦੀ ਜਿਹੜੀ ਅੰਦਰੂਨੀ ਹਾਲਤ ਹੈ ਉਸਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਲੂਣਾ ਦਾ ਜੀਵਨ ਹੰਢਾ ਰਹੀਆਂ ਉਹਨਾਂ ਔਰਤਾਂ ਦੇ ਪ੍ਰਤੀ ਆਵਾਜ਼ ਬੁਲੰਦ ਕੀਤੀ ਹੈ, ਜਿਹੜੀਆਂ ਔਰਤਾਂ ਨਾ ਚਾਹੁੰਦੇ ਹੋਏ ਵੀ ਆਪਣੇ ਤੋਂ ਬਹੁਤ ਵੱਡੀ ਉਮਰ ਦੇ ਵਿਅਕਤੀਆਂ ਨਾਲ ਵਿਆਹੀਆਂ ਹੋਈਆਂ ਤੇ ਉਹਨਾਂ ਨਾਲ ਇੱਕ ਤਰ੍ਹਾਂ ਦੀਆਂ ਨਰੜੀਆਂ ਹੋਈਆਂ। ਤਾਂ ਲੂਣਾ ਦੇ ਹੱਕ 'ਚ ਵਕਾਲਤ ਕਰਦਾ ਹੋਇਆ ਇੱਕ ਮਹਾਕਾਵਿ 1965 ਦੇ ਵਿੱਚ ਸ਼ਿਵ ਕੁਮਾਰ ਦਿੰਦਾ ਹੈ, ਜਿਸ ਦਾ ਨਾਂ ਹੈ ਲੂਣਾ। ਉਸ ਤੋਂ ਬਾਅਦ 1970 ਦੇ ਵਿੱਚ ਮੈਂ ਤੇ ਮੈਂ ਉਹਦਾ ਇੱਕ ਕਾਵਿ ਸੰਗ੍ਰਹਿ ਆਉਂਦਾ ਹੈ, 1971 ਦੇ ਵਿੱਚ ਆਰਤੀ, ਤੇ 1974 ਦੇ ਵਿੱਚ ਅਲਵਿਦਾ। ਫਿਰ ਉਹ 1975 ਦੇ ਵਿੱਚ ਬਿਰਹੜਾ ਨਾਂ ਦਾ ਇੱਕ ਕਾਵਿ ਸੰਗ੍ਰਹਿ ਦਿੰਦਾ ਹੈ, 1976 ਦੇ ਵਿੱਚ ਅਸਾਂ ਤੇ ਜੋਬਨ ਰੁੱਤੇ ਮਰਨਾ, ਜਿਹਦੇ 'ਚ ਇਹ ਕਵਿਤਾ ਹੈ, ਅਸਾਂ ਤੇ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸੀਂ ਭਰੇ ਭਰਾਏ, ਹਿਜਰ ਤੇਰੇ ਦੀ ਕਰ ਪਰਕਰਮਾ, ਇਸ ਤਰ੍ਹਾਂ ਦੀਆਂ ਰਚਨਾਵਾਂ 1976 ਦੇ ਵਿੱਚ ਉਹ ਦਿੰਦਾ ਹੈ। ਤੇ ਜਿਹੜਾ ਉਹਦਾ 1982 ਦੇ ਵਿੱਚ ਕਾਵਿ ਸੰਗ੍ਰਹਿ ਛਪਦਾ ਹੈ, ਉਹਦਾ ਨਾਂ ਹੈ ਸਾਗਰ ਤੇ ਕਣੀਆਂ। ਇਸ ਪ੍ਰਕਾਰ ਇਹ ਬਹੁਤ ਸਾਰੇ ਕਾਵਿ ਸੰਗ੍ਰਹਿ ਤੇ ਬਹੁਤ ਸਾਰੀਆਂ ਖੂਬਸੂਰਤ ਕਵਿਤਾਵਾਂ ਦੇਣ ਵਾਲਾ, ਬਹੁਤ ਸਾਰੇ ਖੂਬਸੂਰਤ ਗੀਤ ਦੇਣ ਵਾਲਾ ਸ਼ਿਵ ਕੁਮਾਰ ਬਟਾਲਵੀ ਛੰਦਬੰਦ ਕਵਿਤਾ ਵੀ ਲਿਖਦਾ ਹੈ, ਛੰਦਬੱਧ ਕਵਿਤਾ ਵੀ ਲਿਖਦਾ ਹੈ, ਤੇ ਛੰਦ ਮੁਕਤ ਕਵਿਤਾ ਵੀ ਲਿਖਦਾ ਹੈ। ਉਹਦੀਆਂ ਕਵਿਤਾਵਾਂ ਦੀ ਜਿਹੜੀ ਬੋਲੀ ਹੈ ਬੜੀ ਮਿੱਠੀ ਤੇ ਕੇਂਦਰੀ ਪੰਜਾਬੀ ਹੈ। ਉਹ ਸ਼ਬਦ ਚੋਣ ਕਰਨ ਦੇ ਵਿੱਚ ਬੜਾ ਮਾਹਰ ਹੈ। ਭਿੰਨ ਭਿੰਨ ਤਰ੍ਹਾਂ ਦੇ ਦ੍ਰਿਸ਼ਟਾਂਤ ਅਲੰਕਾਰਾਂ ਦੀ ਸਹਾਇਤਾ ਨਾਲ ਉਹ ਬਿਰਹੋਂ ਨੂੰ ਚਿੱਤਰਦਾ ਹੈ। ਸ਼ਿੰਗਾਰ ਤੇ ਕਰਨਾ ਉਸਦੀ ਕਵਿਤਾ ਦੇ ਮੁੱਖ ਰਸ ਹੈ। ਸਮੁੱਚੇ ਤੌਰ ਤੇ ਕਹਿ ਸਕਦੇ ਹਾਂ ਕਿ ਆਧੁਨਿਕ ਕਵੀਆਂ ਦੇ ਵਿੱਚ ਇੱਕ ਸਿਰ ਕੱਢਵਾਂ ਨਾਂ ਹੈ, ਪਰ 1973 ਵਿੱਚ ਉਸਦੀ ਮੌਤ ਨੇ ਉਸਨੂੰ ਸਾਡੇ ਕੋਲੋਂ ਅਜਿਹਾ ਖੋਇਆ ਕਿ ਇਸ ਤਰ੍ਹਾਂ ਦਾ ਸ਼ਾਇਰ ਸ਼ਾਇਦ ਸਾਨੂੰ ਆਉਣ ਵਾਲੇ ਸਮੇਂ 'ਚ ਨਸੀਬ ਨਾ ਹੋਵੇ। ਪ੍ਰਸਿੱਧ ਆਲੋਚਕ ਹੈ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ। ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਲਿਖਦਾ ਹੈ ਕਿ ਸ਼ਿਵ ਕੁਮਾਰ ਪੰਜਾਬੀ ਦੀ ਸਰੋਦੀ ਕਵਿਤਾ ਨੇ, ਸ਼ਿਵ ਕੁਮਾਰ ਨਾਲ ਪੰਜਾਬੀ ਦੀ ਸਰੋਦੀ ਕਵਿਤਾ ਨੇ ਨਵਾਂ ਰੂਪ ਧਾਰਨ ਕੀਤਾ। ਉਹ ਪੰਜਾਬੀ ਦੇ ਸਾਰੇ ਕਵੀਆਂ ਨਾਲੋਂ ਵੱਧ ਸਰੋਦੀ ਹੈ। ਉਸ ਕੋਲ ਅਨੁਭਵ ਦੀ ਤੀਖਣਤਾ ਹੈ, ਪ੍ਰਚੰਡ ਕਲਪਨਾ, ਮੌਲਿਕ ਬਿੰਬਾਵਲੀ ਤੇ ਲੋਕਪ੍ਰਿਆ ਕਾਵਿ ਸ਼ੈਲੀ ਮੌਜੂਦ ਹੈ। ਉਸ ਦੀ ਕਵਿਤਾ ਪ੍ਰੀਤ ਦੇ ਵਿਸ਼ਾਦ ਤੇ ਜੀਵਨ ਦੀ ਕਠੋਰਤਾ ਨਾਲ ਭਰਪੂਰ ਹੈ। ਨਿਰਾਸ਼ਾਵਾਦ ਉਸ ਦੀ ਕਵਿਤਾ ਵਿੱਚ ਪ੍ਰਧਾਨ ਹੈ। ਪੀੜਾਂ ਦਾ ਪਰਾਗਾ ਕਾਵਿ ਸੰਗ੍ਰਹਿ ਵਿੱਚ ਇਹ ਰੰਗ ਜ਼ਿਆਦਾ ਪ੍ਰਧਾਨ ਹੈ। ਲਾਜਵੰਤੀ ਵਿੱਚ ਉਹ ਵਧੇਰੇ ਗੀਤਮਈ ਤੇ ਸੋਝਵਾਦੀ ਹੈ। ਇਸ ਵਿੱਚ ਆਸ਼ਾਵਾਦੀ ਰੰਗਣ ਵੀ ਦੇਖਣ ਨੂੰ ਮਿਲਦੀ ਹੈ। ਆਟੇ ਦੀਆਂ ਚਿੜੀਆਂ ਵਿੱਚ ਉਹ ਵਿਅੰਗਮਈ ਤੇ ਵਾਸ਼ਨਾਮਈ ਸੁਰ ਵਿੱਚ ਬੋਲਦਾ ਹੈ, ਤੇ ਉਸਦੇ ਬ੍ਰਿਤਾਂਤੀ ਕਾਵ, ਜਿਹਨੂੰ ਮਹਾਕਾਵ ਅਸੀਂ ਕਹਿ ਦਿੰਦੇ ਹਾਂ, ਲੂਣਾ ਨੂੰ ਸੁੰਦਰ ਕਾਵ ਸ਼ੈਲੀ ਕਾਰਨ ਬਹੁਤ ਪ੍ਰਸਿੱਧੀ ਜਿਹੜੀ ਆ ਉਹ ਪ੍ਰਾਪਤ ਹੋਈ ਹੈ। ਇਸ ਰਚਨਾ ਵਿੱਚ ਉਸਨੇ ਵਰਤਮਾਨ ਸੁਤੰਤਰ ਵਿਚਾਰਧਾਰਾ ਦੇ ਅਧੀਨ ਕਾਵ ਸ਼ੈਲੀ ਕਾਰਨ ਜਿਹੜੀ ਵਰਤਮਾਨ ਸੁਤੰਤਰ ਵਿਚਾਰਧਾਰਾ ਹੈਗੀ ਹੈ ਉਹਦੇ ਅਧੀਨ ਲੂਣਾ ਦੇ ਕਰੈਕਟਰ ਨੂੰ ਨਾਇਕਤਵ ਦੇਣ ਦਾ ਯਤਨ ਕੀਤਾ, ਜਿਹੜੀ ਲੂਣਾ ਨੂੰ ਇੱਕ ਨਾਇਕਾ ਦੇ ਤੌਰ ਤੇ ਪੇਸ਼ ਕਰਨ ਦੀ ਜਿਹੜੀ ਹੈ ਕਵਾਇਦ ਕੀਤੀ ਹੈ। ਪਰ ਇਹ ਵਿਚਾਰ ਨਿਆਂਸ਼ੀਲ ਬਣਨ ਦੀ ਥਾਂ ਰਚਨਹਾਰ ਦੀ ਆਪਣੀ ਮਾਨਸਿਕ ਪ੍ਰਵਿਰਤੀ ਦਾ ਰੂਪ ਧਾਰ ਗਏ ਹਨ। ਉਸ ਦੇ ਮੈਂ ਤੇ ਮੈਂ ਆਧੁਨਿਕ ਪ੍ਰਯੋਗਵਾਦੀ ਕਾਵਿ ਸੰਗ੍ਰਹਿ ਦੇ ਵਿੱਚ ਇਸ ਪ੍ਰਵਿਰਤੀ ਦਾ ਰੂਪ ਪ੍ਰਧਾਨ ਹੈ। ਇਹਨਾਂ ਰਚਨਾਵਾਂ ਦਾ ਵਿਦਰੋਹ ਨਿਰੋਲ ਭਾਵਕ ਹੈ, ਜਿਸ ਕਰਕੇ ਇਸ ਦੀ ਸੁਰ ਬਲਵਾਨ ਨਹੀਂ ਹੈ। ਲੂਣਾ ਦੇ ਹੱਕ 'ਚ ਇੰਨੀ ਜ਼ਿਆਦਾ ਵਕਾਲਤ ਕਰਨੀ ਵੀ ਕਿਤੇ ਨਾ ਕਿਤੇ ਸ਼ਿਵ ਕੁਮਾਰ ਨੂੰ ਮਹਿੰਗੀ ਪਈ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ। ਇੱਕ ਹੋਰ ਗੱਲ ਵਿਚਾਰਨਯੋਗ ਹੈ ਕਿ ਸੰਸਕ੍ਰਿਤ ਸਾਹਿਤ ਦੇ ਸ਼੍ਰੋਮਣੀ ਕਵੀ ਕਾਲੀਦਾਸ ਹੋਏ ਹੈ, ਤਾਂ ਕਾਲੀਦਾਸ ਤੋਂ ਪਿੱਛੋਂ ਸ਼ਿਵ ਕੁਮਾਰ ਨੂੰ ਉਪਮਾ ਦੇ ਬਾਗ ਖਿਲਾਰ ਕੇ ਇਸ ਨੂੰ ਸਿਖਰ ਤੇ ਪਹੁੰਚਾਉਣ ਦਾ ਮਾਣ ਹਾਸਲ ਹੈ। ਉਪਮਾਨ ਬਹੁਤਾ ਉਸ ਦੀ ਵਿਲੱਖਣਤਾ ਹੈ। ਵਿਰੋਧ ਮੂਲਕ ਅਲੰਕਾਰ ਦਾ ਪ੍ਰਯੋਗ ਵੀ ਉਸਦੇ ਕਾਵਿ 'ਚ ਬਹੁਤ ਹੋਇਆ ਹੈ। ਉਸ ਦੀ ਬਿੰਬਾਵਲੀ ਜਿਹੜੀ ਹੈ ਉਹ ਬੜੀ ਲੌਕਿਕ ਕਿਸਮ ਦੀ ਹੈ, ਤੇ ਉਸ ਵਿੱਚੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਹੈ। ਉਤੇਜਕ ਬਿੰਬ ਵਿਧਾਨ ਉਸ ਦੀ ਵਿਲੱਖਣਤਾ ਹੈ। ਬਿੰਬਾਵਲੀ ਉਸ ਦੀ ਸ਼ਕਤੀ ਵੀ ਹੈ ਤੇ ਸੀਮਾ ਵੀ। ਕਈ ਵਾਰ ਬਿੰਬਾਵਲੀ ਦੇ ਮੂੰਹ 'ਚ ਫਸ ਕੇ ਉਹ ਬਿੰਬਾਂ ਦੀ ਬਹੁਤ ਜ਼ਿਆਦਾ ਵਰਤੋਂ ਵੀ ਕਰ ਜਾਂਦਾ ਹੈ ਤੇ ਭਾਵ ਵਿੱਚ ਗੁਆਚ ਜਾਂਦਾ ਹੈ। ਤੇ ਸ਼ਿਵ ਦੇ ਗੀਤਾਂ 'ਚ ਲੋਕ ਕਾਵਿ ਰੂਪਾਂ, ਲੋਕ ਛੰਦਾਂ ਤੇ ਲੋਕ ਗਾਇਨ ਸ਼ੈਲੀਆਂ ਦੀਆਂ ਜਿਹੜੀਆਂ ਪ੍ਰਤੀਧੁਨੀਆਂ ਉਹ ਵੀ ਕਿਤੇ ਨਾ ਕਿਤੇ ਸਾਨੂੰ ਸੁਣਾਈ ਦਿੰਦੀਆਂ। ਇਹੀ ਕੁਝ ਗੱਲਾਂ ਨੇ ਜਿਸ ਕਰਕੇ ਉਹ ਇੱਕ ਹਰਮਨ ਪਿਆਰਾ
ਕਵੀ ਹੈ। ਇੰਨੇ ਸਾਲਾਂ ਬਾਅਦ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸ਼ਿਵ ਕੁਮਾਰ ਦੀ ਕਵਿਤਾ ਨੂੰ ਪੜ੍ਹਦੀ ਹੈ, ਮਾਣਦੀ ਹੈ ਔਰ ਉਸ ਨੂੰ ਪਸੰਦ ਕਰਦੀ ਹੈ। ਹੁਣ ਅਸੀਂ ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਦੇ ਵੱਲ ਆਉਂਦੇ ਹਾਂ। ਸਭ ਤੋਂ ਪਹਿਲੀ ਕਵਿਤਾ ਹੈਗੀ ਹੈ ਕੰਡਿਆਲੀ ਥੋਰ। ਕੀ ਲਿਖਦਾ ਸ਼ਿਵ ਕੁਮਾਰ ਬਟਾਲਵੀ? ਮੈਂ ਕੰਡਿਆਲੀ ਥੋਰ ਵੇ ਸੱਜਣਾ, ਉੱਗੀ ਵਿੱਚ ਉਜਾੜਾਂ, ਜਾਂ ਉੱਡਦੀ ਬਦਲੋਟੀ ਕੋਈ, ਵਰ ਗਈ ਵਿੱਚ ਪਹਾੜਾਂ, ਜਾਂ ਉਹ ਦੀਵਾ ਜਿਹੜਾ ਬਲਦਾ ਪੀਰਾਂ ਦੀ ਦੇਰੀ ਤੇ, ਜਾਂ ਕੋਈ ਕੋਇਲ ਕੰਠ ਜਿਹਦੇ ਦੀ ਸੁੱਤੀਆਂ ਜਾਵਣ ਨਾੜਾਂ, ਜਾਂ ਚੰਬੇ ਦੀ ਡਾਲੀ ਕੋਈ ਜੋ ਬਾਲਣ ਬਣ ਜਾਏ, ਜਾਂ ਮਰੂਏ ਦਾ ਫੁੱਲ ਬਸੰਤੀ ਜੋ ਠੁੰਗ ਜਾਣ ਗੁਟਾਰਾਂ, ਜਾਂ ਕੋਈ ਬੋਟ ਕੇ ਜਿਸ ਦੇ ਹਾਲੇ ਨੈਣ ਨਹੀਂ ਸਨ ਖੁੱਲੇ, ਮਾਰਿਆ ਮਾਲੀ ਕਸ ਗੁਲੇਲਾ ਲੈ ਦਾਖਾਂ ਦੀਆਂ ਆੜਾਂ। ਸੋ ਇਹ ਕਾਵ ਸਤਰਾਂ ਜਿਹੜੀਆਂ ਉਹ ਆਧੁਨਿਕ ਪੰਜਾਬੀ ਕਵਿਤਾ ਜੋ ਤੁਹਾਡਾ ਕਾਵ ਸੰਗ੍ਰਹਿ ਹੈ ਉਸ ਦੇ ਵਿੱਚ ਦਰਜ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦੇ ਵਿੱਚੋਂ ਲਈਆਂ ਗਈਆਂ, ਜਿਸ ਦਾ ਨਾਂ ਹੈ ਕੰਡਿਆਲੀ ਥੋਰ। ਇਹ ਇੱਕ ਨਿਰਾਸਤਾ ਤੇ ਬਿਰਹੋਂ ਦੇ ਨਾਲ ਭਰਿਆ ਹੋਇਆ ਗੀਤ ਹੈ। ਇਹਦੇ ਵਿੱਚ ਕਵੀ ਨੇ ਇੱਕ ਬਿਰਹਨ ਦੀ ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਦੁੱਖਾਂ ਤੇ ਨਿਰਾਸਤਾ ਭਰੀ ਹਾਲਤ ਨੂੰ ਭਿੰਨ ਭਿੰਨ ਰੂਪਕਾਰ ਰਾਹੀਂ ਕਰਨਾਂ ਨਾਲ ਗਲੁੱਚ ਭਾਵ ਪੇਸ਼ ਕਰਦੇ ਹੋਏ ਵਰਣਨ ਕੀਤਾ ਹੈ। ਬਿਰਹਨ ਕੀ ਕਹਿੰਦੀ ਹੈ? ਬਿਰਹਨ ਤੋਂ ਭਾਵ ਜਿਹੜੀ ਬਿਰਹਾ ਨੂੰ ਹੰਢਾ ਰਹੀ ਹੈ। ਬਿਰਹਨ ਕਹਿ ਰਹੀ ਹੈ ਕਿ ਪ੍ਰੀਤਮ ਤੇਰੇ ਵਿਛੋੜੇ 'ਚ ਮੈਂ ਤਾਂ ਆਪਣੇ ਆਪ ਨੂੰ ਉਜਾੜ ਚੁੱਕੀ ਹਾਂ। ਮੈਂ ਆਪਣੇ ਆਪ ਨੂੰ ਕੰਡਿਆਲੀ ਥੋਰ ਦੇ ਸਮਾਨ ਸਮਝਦੀ ਹਾਂ ਜਿਹਦੀ ਕੋਈ ਬਾਤ ਨਹੀਂ ਪੁੱਛਦਾ, ਤੇ ਮੈਂ ਕੋਈ ਉੱਡਦੀ ਹੋਈ ਬਦਲੋਟੀ ਹਾਂ ਜੋ ਪਹਾੜਾਂ 'ਚ ਵਰ ਕੇ ਖਤਮ ਹੋ ਚੁੱਕੀ ਹਾਂ, ਜਾਂ ਮੈਂ ਉਸ ਦੀਵੇ ਵਰਗੀ ਹਾਂ ਜੋ ਪੀਰਾਂ ਦੀ ਦੇਰੀ ਤੇ ਬਲਦਾ ਹੈ, ਜਾਂ ਮੈਂ ਉਸ ਕੋਇਲ ਦੇ ਸਮਾਨ ਹਾਂ ਜਿਸ ਦੇ ਕੰਠ ਦੀਆਂ ਨਾੜਾਂ ਕਿਸੇ ਨੇ ਸੂਤ ਲਈਆਂ, ਜਾਂ ਮੈਂ ਚੰਬੇ ਦੀ ਕੋਈ ਡਾਲੀ ਹਾਂ ਜਿਹੜੀ ਸੁੱਕ ਕੇ ਬਾਲਣ ਬਣ ਚੁੱਕੀ ਹੈ, ਤੇ ਜਾਂ ਫਿਰ ਮੈਂ ਕੋਈ ਮਰੂਏ ਦਾ ਉਹ ਬਸੰਤੀ ਫੁੱਲ ਹਾਂ ਜਿਸ ਨੂੰ ਗੁਟਾਰਾਂ ਨੇ ਠੁੰਗ ਦਿੱਤਾ ਹੈ, ਜਾਂ ਮੈਂ ਕੋਈ ਅਜਿਹਾ ਬੋਟ ਹਾਂ ਜਿਸ ਦੀਆਂ ਅੱਖਾਂ ਖੁੱਲਣ ਤੋਂ ਪਹਿਲਾਂ ਹੀ ਮਾਲੀ ਨੇ ਦਾਖਾਂ ਦੀ ਆੜ ਲੈ ਕੇ, ਯਾਨੀ ਝੁੰਡਾਂ ਦੀ ਆੜ ਲੈ ਕੇ ਗੁਲੇਲ ਮਾਰ ਕੇ ਮੈਨੂੰ ਮਾਰ ਦਿੱਤਾ ਹੈ। ਬਦਲੋਟੀ ਤੋਂ ਕੀ ਭਾਵ ਹੈ? ਕੋਈ ਛੋਟੀ ਜੀ ਬਦਲੀ। ਦੇਰੀ ਜਿੱਥੇ ਸਮਾਧੀ ਹੁੰਦੀ ਹੈ, ਜਿਹਨੂੰ ਆਪਾਂ ਕਹਿੰਦੇ ਪੀਰ ਦੇ ਰਹਿਣ ਦੀ ਥਾਂ, ਇਹ ਕੁਝ ਸ਼ਬਦ ਜਿਹੜੇ ਆ। ਮਰੂਏ ਇੱਕ ਪ੍ਰਕਾਰ ਦਾ ਜਿਹੜਾ ਉਹ ਫੁੱਲ ਹੁੰਦਾ ਮਰੂਆ। ਅੱਗੇ ਕੀ ਲਿਖਦਾ ਹੈ? ਮੈਂ ਕੰਡਿਆਲੀ ਥੋਰ ਵੇ ਸੱਜਣਾ, ਉੱਗੀ ਕਿਤੇ ਕੁਰਾਹੇ, ਨਾ ਕਿਸੇ ਮਾਲੀ ਸਿੰਜਿਆ ਮੈਨੂੰ, ਨਾ ਕੋਈ ਸਿੰਜਣਾ ਚਾਹੇ, ਯਾਦ ਤੇਰੀ ਦੇ ਉੱਚੇ ਮਹਿਲੀਂ ਮੈਂ ਬੈਠੀ ਰੋਵਾਂ, ਹਰ ਦਰਵਾਜ਼ੇ ਲੱਗਾ ਪਹਿਰਾ, ਆਵਾਂ ਕਿਹੜੇ ਰਾਹੇ। ਵੀ ਮੇਰੀ ਹਾਲਤ ਤਾਂ ਵਾਕਿਆ ਹੀ ਕੰਡਿਆਲੀ ਥੋਰ ਵਰਗੀ ਹੈ, ਜਿਹੜੀ ਕਿਸੇ ਐਵੇਂ ਕੁਰਾਹੇ ਤੇ ਆ ਕੇ ਉੱਗ ਪਈ ਹੈ, ਜਿਹਦੀ ਕੋਈ ਮਤਲਬ ਕੋਈ ਵਜੂਦ ਨਹੀਂ ਹੈ ਆਪਣਾ। ਨਾ ਕਿਸੇ ਮਾਲੀ ਨੇ ਮੈਨੂੰ ਪਾਣੀ ਦਿੱਤਾ ਹੈ, ਨਾ ਹੀ ਮੇਰੀ ਕੋਈ ਕਿਸੇ ਨੇ ਪਰਵਰਿਸ਼ ਕੀਤੀ ਹੈ, ਤੇ ਨਾ ਹੀ ਮੇਰੀ ਕੋਈ ਪਰਵਰਿਸ਼ ਕਰਨੀ ਚਾਹੁੰਦਾ ਹੈ। ਠੀਕ ਹੈ। ਯਾਦ ਤੇਰੀ ਦੇ ਉੱਚੇ ਮਹਿਲੀਂ ਮੈਂ ਬੈਠੀ ਰੋਵਾਂ, ਹਰ ਦਰਵਾਜ਼ੇ ਲੱਗਾ ਪਹਿਰਾ, ਆਵਾਂ ਕਿਹੜੇ ਰਾਹੇ। ਵੀ ਤੇਰੀ ਯਾਦ ਮੈਨੂੰ ਜ਼ਰੂਰ ਲੱਗੀ ਹੋਈ ਹੈ, ਤੇ ਚਾਹੇ ਜਿੰਨੇ ਮਰਜ਼ੀ ਉੱਚੇ ਮਹਿਲ ਮਨਾਰੇ ਹੁਣ, ਮੈਂ ਜਿੱਥੇ ਮਰਜ਼ੀ ਬੈਠੀ ਹੋਵਾਂ, ਪਰ ਹਰ ਦਰਵਾਜ਼ੇ ਤੇ ਮੈਨੂੰ ਇੱਕ ਪਹਿਰਾ ਲੱਗਾ ਮਹਿਸੂਸ ਹੁੰਦਾ ਹੈ। ਮੇਰਾ ਰਾਹ ਜਿਹੜਾ ਹੈ ਉਹ ਤੇਰੇ ਵੱਲ ਆਉਂਦਾ ਹੈ, ਅਰਥਾਤ ਤੈਨੂੰ ਮਿਲਣ ਲਈ ਆਉਣ ਵਾਸਤੇ ਮੈਨੂੰ ਕੋਈ ਰਾਹ ਜਿਹੜਾ ਹੈ ਉਹ ਨਸੀਬ ਨਹੀਂ ਹੋ ਰਿਹਾ। ਮੈਂ ਉਹ ਚੰਦਰੀ ਜਿਸ ਦੀ ਡੋਲੀ ਲੁੱਟ ਲਈ ਆਪ ਕਹਾਰਾਂ, ਬੰਨਣ ਦੀ ਥਾਂ ਬਾਬਲ ਜਿਸਨੇ ਆਪ ਕਲੀਰੇ ਲਾਹੇ, ਕੂਲੀ ਪੱਟ ਉਮਰ ਦੀ ਚਾਦਰ ਹੋ ਗਈ ਲੀਰਾਂ ਲੀਰਾਂ, ਤਿੜਕ ਗਏ ਵੇ ਢੋਵਾਂ ਵਾਲੇ ਪਲੰਗ ਵਸਲ ਲਈ ਡਾਹੇ। ਵਸਲ ਕੀ ਹੁੰਦਾ? ਬਿਲਾਪ। ਪੱਟ ਰੇਸ਼ਮ। ਉਹ ਕਹਿੰਦੀ ਹੈ ਕਿ ਤੇਰੇ ਵਿਛੋੜੇ ਕਾਰਨ ਮੇਰੀ ਹਾਲਤ ਉਸ ਚੰਦਰੀ ਮੁਟਿਆਰ ਵਰਗੀ ਹੈ ਜਿਸ ਦੀ ਡੋਲੀ ਨੂੰ ਡੋਲੀ ਲਿਜਾਣ ਵਾਲੇ ਕਹਾਰਾਂ ਨੇ ਆਪ ਹੀ ਲੁੱਟ ਲਿਆ ਹੋਵੇ, ਤੇ ਜਿਹਦੇ ਬਾਬਲ ਨੇ ਕਲੀਰਿਆਂ ਨੂੰ ਬੰਨਣ ਦੀ ਥਾਂ ਆਪ ਲਾ ਕੇ ਹੀ ਸਿੱਟ ਦਿੱਤੇ ਹੋਣ। ਤੇਰੇ ਵਿਛੋੜੇ ਦੇ ਵਿੱਚ ਮੇਰੀ ਰੇਸ਼ਮ ਵਰਗੀ ਉਮਰ ਦੀ ਕੂਲੀ ਚਾਦਰ ਲੀਰਾਂ ਲੀਰਾਂ ਹੋ ਚੁੱਕੀ ਹੈ, ਤੇ ਵਸਲ ਲਈ ਡਾਹੇ ਹੋਏ ਢੋਆਂ ਵਾਲੇ ਪਲੰਗ ਜਿਹੜੇ ਆ ਉਹ ਕਿਤੇ ਨਾ ਕਿਤੋਂ ਤੜਕ ਚੁੱਕੇ ਆ। ਮੈਂ ਕੰਡਿਆਲੀ ਥੋਰ ਵੇ ਸੱਜਣਾ, ਉੱਗੀ ਵਿੱਚ ਜੋ ਬੋਲੇ, ਮੈਂ ਕੰਡਿਆਲੀ ਥੋਰ ਵੇ ਸੱਜਣਾ, ਉੱਗੀ ਵਿੱਚ ਜੋ ਬੇਲੇ, ਨਾ ਕੋਈ ਮੇਰੀ ਛਾਵੇਂ ਬੈਠੇ, ਨਾ ਪਤ ਖਾਵਣ ਲੇਲੇ, ਮੈਂ ਰਾਜੇ ਦੀ ਵਰਦੀ ਅੜਿਆ, ਤੂੰ ਰਾਜੇ ਦਾ ਜਾਇਆ, ਤੂੰ ਹੀ ਦੱਸ ਵੇ ਮੋਹਰਾਂ ਸਾਵੇਂ, ਮੁੱਲ ਕੀ ਖੋਵਣ ਧੇਲੇ। ਧੇਲੇ ਕੀ ਹੁੰਦੇ ਆ? ਪੁਰਾਣੇ ਸਿੱਕੇ ਨੂੰ ਕਹਿ ਦਿੰਦੇ ਆ, ਧੇਲੀ ਹੁੰਦੀ ਸੀ 50 ਪੈਸੇ ਜਿਹਨੂੰ ਕਹਿ ਦਿੰਦੇ ਸੀ। ਅੱਜ ਕੱਲ ਜਿਹੜਾ
ਅਸੀਂ ਜਿਹੜਾ ਉਹ ਧੇਲੀ ਦਾ ਜਿਹੜਾ ਸਿੱਕਾ ਹੀ ਬਹੁਤ ਦੁਰਲਭ ਹੋ ਗਿਆ। ਇੱਕ ਸ਼ਬਦ ਆਇਆ ਇਹਦੇ ਵਿੱਚ ਲੇਲੇ। ਲੇਲੇ ਹੁੰਦੇ ਆ ਭੇਡ ਦੇ ਬੱਚੇ ਜਾਂ ਬੱਕਰੀ ਦੇ ਬੱਚੇ। ਉਹ ਕਹਿੰਦੀ ਕਿ ਤੇਰੇ ਵਿਛੋੜੇ ਦੇ ਦੁੱਖ ਦੀ ਮਾਰੀ ਹੋਈ ਮੈਂ ਆਪਣੇ ਆਪ ਨੂੰ ਕੰਡਿਆਲੀ ਥੋਰ ਦੇ ਸਮਾਨ ਸਮਝਦੀ ਹਾਂ, ਜੋ ਜੰਗਲ ਦੇ ਵਿੱਚ ਜੰਗਲ ਬੇਲੇ 'ਚ ਕਿਤੇ ਉੱਗੀ ਹੈ, ਜਿਸ ਦੀ ਨਾ ਕੋਈ ਛਾਂ ਬੈਠਦਾ ਹੈ, ਨਾ ਲੇਲੇ ਹੀ ਉਹਦੇ ਪੱਤੇ ਖਾਂਦੇ ਆ। ਮੈਂ ਤਾਂ ਰਾਜੇ ਦੀ ਗੋਲੀ ਹਾਂ ਤੇ ਤੂੰ ਰਾਜੇ ਦੀ ਔਲਾਦ ਹੈ, ਅਰਥਾਤ ਮੈਂ ਗੋਲੀ ਹਾਂ ਤੇ ਤੂੰ ਰਾਜਕੁਮਾਰ ਹੈ। ਫਿਰ ਤੂੰ ਆਪੇ ਹੀ ਦੱਸ, ਮੋਹਰਾਂ ਸਾਹਮਣੇ ਧੇਲਿਆਂ ਦਾ ਕੀ ਮੁੱਲ ਪੈ ਸਕਦਾ। ਇਸ ਕਰਕੇ ਮੇਰੇ ਪਿਆਰ ਦਾ ਮੁੱਲ ਜਿਹੜਾ ਉਹ ਨਹੀਂ ਪੈ ਸਕਦਾ। ਸਿਖਰ ਦੁਪਹਿਰਾ ਜੇਠ ਦੀਆਂ ਤੂੰ ਸਿਖਰ ਦੁਪਹਿਰਾ ਜੇਠ ਦੀਆਂ ਨੂੰ ਸੌਣ ਕਿਵੇਂ ਮੈਂ ਆਖਾਂ। ਚੌਹੀ ਕੁੱਟੀ ਭਾਵੇਂ ਲੱਗਣ ਲੱਖ ਤੀਆਂ ਦੇ ਮੇਲੇ, ਤੇਰੀ ਮੇਰੀ ਪ੍ਰੀਤ ਵਿਆੜਿਆ ਉਹੀਓ ਹਾਲ ਸੋ ਹੋਇਆ, ਜਿਉਂ ਚੱਕਵੀ ਪਹਿਚਾਨ ਨਾ ਸਕੇ ਚੰਦ ਚੜਿਆ ਦਿਉ ਵੇੜੇ। ਉਹ ਕਹਿੰਦੀ ਤੇਰੇ ਵਿਛੋੜੇ 'ਚ ਮੈਂ ਇਸ ਤਰ੍ਹਾਂ ਭੁੱਜ ਰਹੀ ਹਾਂ, ਬਿਰਹੋਂ ਜੇਠ ਦੀ ਸਿਖਰ ਦੁਪਹਿਰ ਵਾਂਗ ਤਪ ਰਹੀ ਹਾਂ। ਮੈਂ ਇਸ ਨੂੰ ਵਸਲ ਦਾ ਸਾਵਣ ਕਿਵੇਂ ਆਖ ਦਿਆਂ ਕਿ ਵਿਸਲ ਦੀ ਬਾਰਿਸ਼ ਹੋ ਰਹੀ ਹੈ, ਮਿਲਾਪ ਦੀ ਬਾਰਿਸ਼ ਹੋ ਰਹੀ ਹੈ। ਇਹ ਨਹੀਂ ਆਖ ਸਕਦੀ ਮੈਂ। ਬੇਸ਼ੱਕ ਚਾਰੇ ਪਾਸੇ ਤੀਆਂ ਵਰਗੇ ਮੇਲੇ ਜਿਹੜੇ ਲੱਗੇ ਹੋਏ ਆ, ਲੋਕ ਖੁਸ਼ੀਆਂ ਮਨਾ ਰਹੇ ਆ, ਪਰ ਮੇਰੇ ਭਾ ਦੀ ਤਾਂ ਅੱਗ ਬਲ ਰਹੀ ਹੈ। ਅੱਗ ਕਾਹਦੀ ਬਲ ਰਹੀ ਹੈ? ਬਿਰਹੋ ਦੀ ਬਲ ਰਹੀ ਹੈ। ਤੇਰੀ ਤੇ ਮੇਰੀ ਪ੍ਰੀਤ ਦਾ ਉਹੀ ਹਾਲ ਹੋਇਆ ਜਿਵੇਂ ਦਿਨ ਵੇਲੇ ਚੜੇ ਚੰਨ ਨੂੰ ਚੱਕਵੀ ਪਹਿਚਾਣ ਨਹੀਂ ਸਕਦੀ। ਜਿਸ ਤਰ੍ਹਾਂ ਦਿਨ ਨੂੰ ਚੱਕਵੀ ਆਪਣੇ ਪ੍ਰੀਤਮ ਚੰਨ ਨੂੰ ਨਹੀਂ ਦੇਖ ਸਕਦੀ, ਇਸੇ ਤਰ੍ਹਾਂ ਹੀ ਪ੍ਰੀਤ ਪਾ ਕੇ ਮੈਂ ਤੇਰਾ ਪਿਆਰ ਨਹੀਂ ਮੰਨ ਸਕਦੀ। ਚੱਕਵੀ ਇਹਦੇ 'ਚ ਕੀ ਹੈ? ਇੱਕ ਪੰਛੀ ਹੈ ਜੋ ਚੰਦ ਨਾਲ ਪਿਆਰ ਕਰਨ ਵਾਲਾ ਹੈ। ਚੌਹੀ ਕੁੱਟੀ ਤੋਂ ਭਾਵ ਹੈ ਚਾਰੇ ਪਾਸੇ। ਮੈਂ ਕੰਡਿਆਲੀ ਥੋਰ ਵੇ ਸੱਜਣਾ ਉੱਗੀ ਵਿੱਚ ਜੋ ਬਾਗਾਂ, ਮੇਰੇ ਮੁੱਢ ਬਣਾਈ ਜੇ ਵਰਮੀ ਕਾਲੇ ਫਨੀਅਰ ਨਾਗਾਂ। ਮੈਂ ਮੁਰਗਾਈ ਮਾਨਸਰਾਂ ਦੀ ਜੋ ਫੜ ਲਈ ਕਿਸੇ ਸ਼ਿਕਰੇ, ਨਾ ਕੋਈ ਲਾਲੀ ਪੈਰ ਸੰਧੂਰੀ ਨੋਚ ਲਏ ਜਿਹਦੇ ਕਾਗਾਂ। ਜਾਂ ਕੋਈ ਲਾਲੀ ਪੈਰ ਸੰਧੂਰੀ ਨੋਚ ਲਏ ਜਿਹਦੇ ਕਾਗਾਂ। ਵੀ ਤੇਰੇ ਵਿਛੋੜੇ 'ਚ ਮੈਂ ਆਪਣੇ ਆਪ ਨੂੰ ਅਜਿਹੀ ਕੰਡਿਆਲੀ ਥੋਰ ਦੇ ਸਮਾਨ ਸਮਝਦੀ ਹਾਂ ਜੋ ਬਾਗਾਂ ਚੁੱਗੀ ਹੋਈ ਹੋਵੇ ਤੇ ਜਿਸ ਦੇ ਮੁੱਢ ਫਨੀਅਰ ਨਾਗਾਂ ਨੇ ਫਨੀਅਰ ਸੱਪਾਂ ਨੇ ਜਿਹੜੀ ਹੈ ਉਹ ਖੁੱਡ ਬਣਾ ਲਈ ਹੋਵੇ। ਜਾਂ ਮੈਂ ਮਾਨਸਰੋਵਰ ਝੀਲ ਦੀ ਉਹ ਮਰਗਾਬੀ ਸਮਾਨ ਹੈ ਜਿਸ ਨੂੰ ਕਿਸੇ ਸ਼ਿਕਰੇ ਨੇ ਫੜ ਲਿਆ ਹੋਵੇ। ਜਾਂ ਮੈਂ ਅਜਿਹੀ ਲਾਲੀ ਸਮਾਨ ਹੈ ਜਿਸ ਦੇ ਸੰਧੂਰੀ ਜਿਹੜੇ ਪੈਰ ਹੈ ਉਹ ਕਾਵਾਂ ਨੇ ਖੋਹ ਲਏ ਹੋਣ। ਵਰਮੀ ਹੁੰਦੀ ਹੈ ਸੱਪ ਦੇ ਰਹਿਣ ਦੀ ਥਾਂ ਜਾਂ ਖੁੱਡ। ਮੁਰਗਾਈ ਇੱਕ ਜਿਹੜਾ ਹੈਗਾ ਜਾਨਵਰ ਮੁਰਗਾਬੀ। ਮਾਨਸਰਾ ਤੋਂ ਭਾਵ ਮਾਨਸਰੋਵਰ ਝੀਲ ਤੋਂ ਹੈ। ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜਿਹਦਾ ਬਸ ਰੋਣਾ, ਲੁੱਟ ਖੜਿਆ ਜਿਹਦਾ ਪੁੰਨੂ ਹੋਤਾਂ ਪਰ ਆਈਆਂ ਨਾ ਜਾਗਾਂ। ਬਾਗਾਂ ਵਾਲਿਆ ਤੇਰੇ ਬਾਗੀ ਹੁਣ ਜੀ ਨਹੀਂ ਉਹ ਲੱਗਦਾ, ਖਲੀ ਖਲੋਤੀ ਮੈਂ ਵਾੜਾਂ ਵਿੱਚ 100 ਦੁਖੜੇ ਝਾਗਾਂ। ਉਹ ਤੇਰੇ ਵਿਛੋੜੇ 'ਚ ਮੇਰੀ ਬੁਰੀ ਹਾਲਤ ਹੋਈ ਪਈ ਹੈ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਮੈਂ ਸੱਸੀ ਦੀ ਦੂਜੀ ਭੈਣ ਹੋਵਾਂ ਜਿਸ ਦੇ ਪੁੰਨੂ ਨੂੰ ਹੋਤਾਂ ਲੁੱਟ ਲਿਆ ਸੀ, ਪਰ ਬੇਖਬਰ ਸੱਸੀ ਨੂੰ ਪਤਾ ਹੀ ਨਹੀਂ ਲੱਗਾ ਤੇ ਉਸਦੇ ਪੱਲੇ ਕੇਵਲ ਰੋਣਾ ਧੋਣਾ ਹੀ ਰਹਿ ਗਿਆ। ਇਹ ਬਾਗਾਂ ਵਾਲਿਆ ਹੁਣ ਤੇਰੇ ਬਾਗਾਂ 'ਚ ਮੇਰਾ ਦਿਲ ਨਹੀਂ ਲੱਗਦਾ, ਕਿਉਂਕਿ ਮੈਂ ਵਾੜਾਂ 'ਚ ਫਸੀ ਹੋਈ 100 ਦੁਖੜੇ ਜਿਹੜੇ ਆ ਉਹ ਚੱਲ ਰਹੀ ਆ। ਇਹ ਸੀ ਕਵਿਤਾ ਕੰਡਿਆਲੀ ਥੋਰ, ਜਿਸ ਨੂੰ ਸ਼ਿਵ ਕੁਮਾਰ ਦਾ ਗੀਤ ਕਹਿ ਦਿੱਤਾ ਜਾਂਦਾ। ਤਾਂ ਇਸ ਗੀਤ ਦੇ ਵਿੱਚ ਕੰਡਿਆਲੀ ਥੋਰ ਦੇ ਵਿੱਚ ਕਿਵੇਂ ਬਿਰਹਾ ਕੁੱਠੀ ਜਿਹੜੀ ਇੱਕ ਪ੍ਰੇਮਿਕਾ ਹੈਗੀ ਹੈ ਉਹ ਆਪਣੇ ਆਪ ਨੂੰ ਕੰਡਿਆਲੀ ਥੋਰ ਨਾਲ ਤਸ਼ਬੀਹ ਦਿੰਦੀ ਹੈ। ਜਿਸ ਤਰ੍ਹਾਂ ਕੰਡਿਆਲੀ ਥੋਰ ਦੇ ਨਾਲ ਹੁੰਦਾ ਉਸ ਤਰ੍ਹਾਂ ਉਹਦੇ ਨਾਲ ਹੋ ਰਿਹਾ। ਅਗਲੀ ਜੋ ਰਚਨਾ ਹੈ ਉਹ ਹੈ ਸ਼ਿਕਰਾ। ਸ਼ਿਕਰਾ ਸ਼ਿਕਰਾ ਕੀ ਹੁੰਦਾ ਹੈ? ਇੱਕ ਸ਼ਿਕਾਰੀ ਪੰਛੀ ਹੁੰਦਾ ਜਿਹੜਾ ਸ਼ਿਕਾਰ ਖੇਡਦਾ। ਕੀ ਲਿਖਦਾ ਹੈ ਸ਼ਿਕਰਾ 'ਚ? ਤੁਸੀਂ ਇਹਨੂੰ ਜਗਜੀਤ ਸਿੰਘ ਦੀ ਆਵਾਜ਼ 'ਚ ਵੀ ਸੁਣਿਆ ਹੋਊਗਾ, ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੀ ਆਵਾਜ਼ 'ਚ ਸੁਣਿਆ ਹੋਊਗਾ। ਕੰਡਿਆਲੀ ਥੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਗਾਈ ਹੈ। ਤੁਸੀਂ YouTube ਦੇ ਉੱਪਰ ਜਾ ਕੇ ਕੰਡਿਆਲੀ ਥੋਰ ਲਿਖ ਕੇ ਜਾਂ ਸ਼ਿਵ ਕੁਮਾਰ ਬਟਾਲਵੀ ਕੰਡਿਆਲੀ ਥੋਰ ਲਿਖ ਕੇ ਸਰਚ ਕਰ ਸਕਦੇ ਹੋ, ਸੁਣ ਸਕਦੇ ਹੋ। ਇਹ 'ਚ ਕੀ ਲਿਖਦਾ ਹੈ? ਮਾਏ ਨੀ ਮਾਏ, ਮਾਏ ਨੀ ਮਾਏ, ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਉਸਦੇ ਸਿਰ ਤੇ ਕਲਗੀ ਤੇ ਉਹਦੇ ਪੈਰੀਂ ਝਾਂਜਰ, ਉਹ ਚੋਗ ਚੁਗੀਂਦਾ ਆਇਆ ਨੀ ਮੈਂ ਵਾਰੀ ਜਾਂ। ਇਹ ਕਾਵਿ ਸਤਰਾਂ ਜਿਹੜੀਆਂ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸ਼ਿਕਰਾ ਦੇ ਵਿੱਚੋਂ ਲਈਆਂ ਗਈਆਂ ਤੇ ਇਹ ਗੀਤ ਜਿਹੜਾ ਹੈ ਆਧੁਨਿਕ ਪੰਜਾਬੀ ਕਵਿਤਾ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਹੈ। ਇਸ ਗੀਤ ਦੇ ਵਿੱਚ ਕਵੀ ਨੇ ਜਿੱਥੇ ਪ੍ਰੀਤ ਨਾਇਕਾ ਦੇ ਪ੍ਰੇਮੀ ਦੀ
ਬਹੁਤ ਸੁੰਦਰਤਾ ਦੀ ਜਿਹੜੀ ਹੈ ਉਹ ਪ੍ਰਸ਼ੰਸਾ ਕੀਤੀ ਹੈ। ਉੱਥੇ ਉਸਦੇ ਅਚਾਨਕ ਵਿਛੋੜੇ ਦੇ ਦੁੱਖ ਨੂੰ ਬੜੀ ਤੀਬਰਤਾ ਨਾਲ ਮਹਿਸੂਸ ਵੀ ਕੀਤਾ ਹੈ। ਸ਼ਾਇਦ ਇਸੇ ਕਰਕੇ ਪ੍ਰੀਤ ਨਾਇਕਾ ਉਸਨੂੰ ਸ਼ਿਕਰਾ ਕਹਿੰਦੀ ਹੈ। ਸ਼ਿਕਰਾ ਕਿਉਂ ਕਹਿੰਦੀ ਹੈ? ਕਿਉਂਕਿ ਉਹ ਉਸਦੇ ਦਿਲ ਦਾ ਸ਼ਿਕਾਰ ਕਰਕੇ ਜਾ ਚੁੱਕਿਆ। ਤਾਂ ਕੀ ਕਹਿੰਦੀ ਹੈ ਕਿ ਆਪਣੀ ਮਾਂ ਨਾਲ ਗੱਲਾਂ ਕਰਦੀ ਹੈ ਪ੍ਰੀਤ ਨਾਇਕਾ, ਮੈਂ ਇੱਕ ਸ਼ਿਕਰਾ ਰੂਪ ਪ੍ਰੇਮੀ ਨਾਲ ਪਿਆਰ ਪਾ ਕੇ ਆਪਣਾ ਯਾਰ ਬਣਾਇਆ। ਉਹਦਾ ਰੂਪ ਬਹੁਤ ਹੀ ਸੋਹਣਾ, ਦਿਲ ਖਿੱਚਵਾਂ, ਤੇ ਜਦੋਂ ਮੇਰਾ ਉਸ ਨਾਲ ਪਿਆਰ ਪਿਆ ਤਦੋਂ ਉਸਦੇ ਸਿਰ ਤੇ ਕਲਗੀ ਤੇ ਪੈਰੀਂ ਝਾਂਜਰ ਸੋਭਦੀ ਸੀ। ਉਹ ਚੋਗ ਚੁਗਦਾ ਸੁਭਾਵਕ ਹੀ ਮੇਰੇ ਕੋਲ ਆ ਗਿਆ ਤੇ ਮੈਂ ਉਸ ਤੇ ਕੁਰਬਾਨ ਜਾਣ ਲੱਗੀ। ਇੱਕ ਉਹਦੇ ਰੂਪ ਦੀ ਧੁੱਪ ਤਖੇਰੀ, ਦੂਜਾ ਮਹਿਕਾਂ ਦਾ ਤਰਹਾਇਆ, ਤੀਜਾ ਉਹਦਾ ਰੰਗ ਗੁਲਾਬੀ, ਕਿਸੇ ਗੋਰੀ ਮਾਂ ਦਾ ਜਾਇਆ, ਨੀ ਮੈਂ ਵਾਰੀ ਜਾਂ। ਉਹ ਕਹਿੰਦੀ ਹੈ, ਮੈਂ ਇੱਕ ਸ਼ਿਕਰਾ ਰੂਪ ਪ੍ਰੇਮੀ ਨਾਲ ਪਿਆਰ ਪਾ ਕੇ ਉਸਨੂੰ ਆਪਣਾ ਪ੍ਰੀਤਮ ਬਣਾ ਲਿਆ। ਜਦੋਂ ਉਹ ਅਚਾਨਕ ਹੀ ਮੇਰੇ ਸਾਹਮਣੇ ਆਇਆ ਤਾਂ ਉਸਦੇ ਰੂਪ ਦੀ ਤਿੱਖੀ ਧੁੱਪ ਮੈਂ ਬਰਦਾਸ਼ਤ ਨਹੀਂ ਕਰ ਸਕੀ ਤੇ ਮੇਰੀ ਠਰੀ ਹੋਈ ਪਿਆਸ ਮਿਟਾਉਣੀ ਜਿਹੜੀ ਹੈ ਉਹਦੇ ਨਾਲ ਮੇਰੀ ਆਰੰਭਤਾ ਹੋ ਗਈ। ਮੈਂ ਉਸ ਨਾਲ ਆਪਣੀ ਪਿਆਸ ਮਿਟਾਉਣੀ ਚਾਹੀ। ਉਸਨੂੰ ਤਾਂ ਕਿਸੇ ਗੋਰੀ ਮਾਂ ਨੇ ਜਨਮ ਦਿੱਤਾ ਲੱਗਦਾ ਸੀ। ਉਸਦੇ ਗੁਲਾਬੀ ਰੰਗ ਨੇ ਮੈਨੂੰ ਮੋਹ ਲਿਆ ਤੇ ਮੈਂ ਉਸ ਤੋਂ ਵਾਰੇ ਜਾਣ ਲੱਗੀ। ਨੈਣੀ ਉਸਦੇ ਚੇਤ ਦੀ ਆਥਣ ਤੇ ਜ਼ੁਲਫੀ ਸਾਵਣ ਛਾਇਆ, ਹੋਠਾਂ ਦੇ ਵਿੱਚ ਕੱਤੇ ਦਾ ਕੋਈ ਦਿਉ ਚੜ੍ਹਨੇ ਤੇ ਆਇਆ, ਨੀ ਮੈਂ ਵਾਰੀ ਜਾਂ। ਉਹ ਕਹਿੰਦੀ, ਮੈਂ ਇੱਕ ਸ਼ਿਕਰਾ ਰੂਪ ਪ੍ਰੇਮੀ ਨਾਲ ਪਿਆਰ ਪਾ ਕੇ ਉਹਨੂੰ ਆਪਣਾ ਪ੍ਰੀਤਮ ਮੰਨ ਲਿਆ, ਪਰ ਜਦੋਂ ਉਹ ਅਚਾਨਕ ਹੀ ਮੇਰੇ ਸਾਹਮਣੇ ਆਇਆ ਤਾਂ ਉਸਦੇ ਰੂਪ ਨੇ ਮੈਨੂੰ ਇੰਨਾ ਮੋਹ ਲਿਆ ਕਿ ਮੈਂ ਉਸ ਤੇ ਮੋਹਿਤ ਹੋਣੋਂ ਨਾ ਰਹਿ ਸਕੀ। ਉਸਦੇ ਨੈਣਾਂ 'ਚ ਚੇਤਰ ਮਹੀਨੇ ਦੇ ਆਥਣ ਵੇਲੇ ਵਾਲੀ ਮਸਤੀ ਭਰੀ ਲਾਲੀ ਸੀ ਤੇ ਜ਼ੁਲਫਾਂ ਵਿੱਚ ਸਾਵਣ ਦੇ ਕਾਲੇ ਬੱਦਲਾਂ ਦਾ ਰੰਗ ਛਾਇਆ ਹੋਇਆ ਸੀ। ਉਹਦੇ ਬੁੱਲ ਜਿਹੜੇ ਆ ਸੁਰਖ ਲਾਲ ਸੀ, ਜਾਪਦਾ ਸੀ ਜਿਵੇਂ ਕੱਤਕ ਮਹੀਨੇ ਦਾ ਦਿਨ ਉਹਨਾਂ ਉੱਤੋਂ ਚੜ ਰਿਹਾ ਹੋਵੇ। ਉਸਦੇ ਅਜਿਹੇ ਰੂਪ ਤੋਂ ਕੁਰਬਾਨ ਹੋਏ ਬਿਨਾਂ ਮੈਥੋਂ ਰਿਹਾ ਨਾ ਗਿਆ। ਸਾਹਾਂ ਦੇ ਵਿੱਚ ਫੁੱਲ ਸੋਇਆਂ ਦੇ ਕਿਸੇ ਬਾਗ ਚੰਨਣ ਦਾ ਲਾਇਆ, ਦੇਹੀ ਦੇ ਵਿੱਚ ਖੇਡੇ ਚੇਤਰ ਇਤਨਾ ਨਾਲ ਨਹਾਇਆ, ਨੀ ਮੈਂ ਵਾਰੀ ਜਾਂ। ਜਦੋਂ ਉਹ ਅਚਾਨਕ ਹੀ ਮੇਰੇ ਸਾਹਮਣੇ ਆਇਆ ਤਾਂ ਮੈਨੂੰ ਉਸਦੇ ਰੂਪ ਨੇ ਮੋਹ ਲਿਆ। ਉਸਦੇ ਸਾਹਾਂ ਵਿੱਚੋਂ ਸੋਇਆਂ ਦੇ ਫੁੱਲਾਂ ਦੀ ਮਹਿਕ ਆ ਰਹੀ ਸੀ। ਸੋਇਆਂ ਤੋਂ ਭਾਵ ਸੌਂਫ ਦੀ ਕਿਸਮ ਦਾ ਕੋਈ ਇੱਕ ਸਾਗ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼, ਸੋਇਆਂ ਦੇ ਫੁੱਲਾਂ ਦੀ ਜਿਹੜੀ ਆ ਉਹ ਮਹਿਕ ਆ ਰਹੀ ਸੀ। ਇਉਂ ਲੱਗਦਾ ਸੀ ਕਿਸੇ ਨੇ ਚੰਦਨ ਦੇ ਰੁੱਖਾਂ ਦਾ ਬਾਗ ਲਾਇਆ ਹੋਵੇ। ਉਸਦੇ ਸਰੀਰ ਉੱਤੇ ਚੇਤਰ ਮਹੀਨੇ ਦੀ ਬਸੰਤ ਜਿਹੜੀ ਹੈ ਉਹ ਖੇਡ ਰਹੀ ਸੀ। ਉਸਦਾ ਸਰੀਰ ਇੰਨਾ ਖੁਸ਼ਬੂਦਾਰ ਸੀ ਕਿ ਉਹ ਅਤਰਾਂ ਨਾਲ ਨਹਾਇਆ ਜਾਪਦਾ ਸੀ। ਇਤਨਾ ਭਾਵ ਖੁਸ਼ਬੂਆਂ ਨਾਲ ਨਹਾਇਆ ਗਿਆ ਲੱਗਦਾ ਸੀ। ਮੈਂ ਉਸਦੇ ਇਸ ਅਦਭੁਤ ਰੂਪ ਨੂੰ ਦੇਖ ਕੇ ਉਸ ਤੋਂ ਕੁਰਬਾਨ ਹੋਏ ਬਿਨਾਂ ਰਹਿ ਨਾ ਸਕੀ। ਬੋਲਾਂ ਦੇ ਵਿੱਚ ਪੌਣਪੁਰੇ ਦੀ, ਨੀ ਉਹ ਕੋਇਲਾਂ ਦਾ ਹਮਸਾਇਆ, ਚਿੱਟੇ ਦੰਦ ਜੋ ਧਾਨੂੰ ਬਗਲਾ, ਤਾੜੀ ਮਾਰ ਉਡਾਇਆ, ਨੀ ਮੈਂ ਵਾਰੀ ਜਾਂ। ਉਹ ਕੀ ਕਹਿੰਦੀ ਅੱਗੇ ਕਿ ਜਦੋਂ ਉਹ ਅਚਾਨਕ ਹੀ ਮੇਰੇ ਸਾਹਮਣੇ ਆਇਆ ਤਾਂ ਮੈਂ ਉਸ 'ਚ ਮੋਹਿਤ ਹੋਣੋਂ ਨਾ ਰਹਿ ਸਕੀ। ਉਸਦੇ ਬੋਲਾਂ ਵਿੱਚੋਂ ਪੁਰੇ ਦੀ ਹਵਾ ਦੀ ਖੁਸ਼ਬੂ ਆ ਰਹੀ ਸੀ ਤੇ ਆਵਾਜ਼ ਇੰਨੀ ਮਿੱਠੀ ਤੇ ਉਹ ਕੋਇਲਾਂ ਦਾ ਜਿਵੇਂ ਗੁਆਂਢੀ ਹੋਵੇ। ਉਸਦੇ ਦੰਦ ਤਾੜੀ ਮਾਰ ਕੇ ਉਡਾਏ ਚਿੱਟੇ ਬਗਲੇ ਵਰਗੇ ਲੱਗਦੇ ਸੀ। ਮੈਂ ਤਾਂ ਉਸਦੇ ਅਦਭੁਤ ਰੂਪ ਨੂੰ ਦੇਖ ਕੇ ਉਸ ਤੇ ਕੁਰਬਾਨ ਹੋਣੋਂ ਨਾ ਰਹਿ ਸਕੀ। ਇਸ਼ਕੇ ਦਾ ਇੱਕ ਪਲੰਗ ਨਵਾਰੀ ਅਸਾਂ ਚਾਨਣੀਆਂ ਵਿੱਚ ਡਾਹਿਆ, ਤਨ ਦੀ ਚਾਦਰ ਹੋ ਗਈ ਮੈਲੀ, ਉਸ ਪੈਰ ਨਾ ਪਲੰਗੇ ਪਾਇਆ, ਨੀ ਮੈਂ ਵਾਰੀ ਜਾਂ। ਉਹ ਕਹਿੰਦੀ ਹੈ ਕਿ ਉਸਦਾ ਪਿਆਰ ਮੰਨਣ ਲਈ ਇਸ਼ਕ ਦੇ ਇੱਕ ਨਵਾਰੀ ਪਲੰਗ ਨੂੰ ਚਾਨਣੀਆਂ ਵਿੱਚ ਡਾਹ ਦਿੱਤਾ। ਜਦੋਂ ਉਸਨੇ ਆਪਣਾ ਪਿਆਰ ਦੇਣ ਲਈ ਪਲੰਗ ਉੱਤੇ ਪੈਰ ਧਰਿਆ ਤਾਂ ਮੇਰੇ ਤਨ ਦੀ ਚਾਦਰ ਸਾਫ਼ ਨਾ ਰਹੀ ਤੇ ਉਹ ਮੈਲੀ ਹੋ ਗਈ। ਮੈਂ ਤਾਂ ਉਸਦੇ ਰੂਪ ਤੋਂ ਹੀ ਕੁਰਬਾਨ ਹੋਈ ਜਾ ਰਹੀ ਸੀ। ਦੁਖਣ ਮੇਰੇ ਨੈਣਾਂ ਦੇ ਕੋਏ ਵਿੱਚ ਹੜ ਹੰਝੂਆਂ ਦਾ ਆਇਆ, ਸਾਰੀ ਰਾਤ ਗਈ ਵਿੱਚ ਸੋਚਾਂ, ਉਸ ਇੱਕ ਹੀ ਜ਼ੁਲਮ ਕਮਾਇਆ, ਨੀ ਮੈਂ ਵਾਰੀ ਜਾਂ। ਉਹ ਕਹਿੰਦੀ ਹੈ ਕਿ ਸਾਰੀ ਰਾਤ ਸੋਚਦੀ ਰਹੀ ਕਿ ਉਸਨੇ ਮੇਰੇ ਤੇ ਇਹ ਕਿਹੋ ਜਿਹਾ ਜ਼ੁਲਮ ਕੀਤਾ ਹੈ। ਦੁੱਖ ਨਾਲ ਮੇਰੀਆਂ ਅੱਖਾਂ ਰੋਣ ਲੱਗੀਆਂ, ਮੇਰੀਆਂ ਅੱਖਾਂ ਦੇ ਕੋਏ ਦੁਖਣ ਲੱਗੇ ਤੇ ਉਹਨਾਂ ਵਿੱਚੋਂ ਹੰਝੂ ਵਹਿਣ ਲੱਗ ਪਏ। ਸੁਬਹ ਸਵੇਰੇ ਲੈ ਨਹੀਂ ਵਟਣਾ, ਅਸਾਂ ਮਲਮਲ ਉਸ ਨਹਾਇਆ, ਦੇਹੀ ਵਿੱਚੋਂ ਨਿਕਲਣ ਚਿਣਗਾਂ ਤੇ ਸਾਡਾ ਹੱਥ ਗਿਆ ਕੁਮਲਾਇਆ, ਨੀ ਮੈਂ ਵਾਰੀ ਜਾਂ। ਸਵੇਰੇ ਸਵੇਰੇ ਉੱਠ ਕੇ ਮੈਂ ਵਟਣਾ ਲਿਆ ਤੇ ਉਸ ਨਾਲ ਉਸ ਸ਼ਿਕਰੇ ਰੂਪ ਪ੍ਰੇਮੀ ਨੂੰ ਮਲ ਕੇ ਇਸ਼ਨਾਨ ਕਰਾਇਆ। ਇਸ ਸਮੇਂ ਮੇਰੀ ਦੇਹ ਵਿੱਚੋਂ ਚਿਣਗਾਂ ਫੁੱਟ ਰਹੀਆਂ ਸਨ ਤੇ ਨਹਾਉਂਦਿਆਂ ਮੇਰਾ ਹੱਥ ਜਿਹੜਾ ਉਹ ਥੱਕ ਚੁੱਕਿਆ ਸੀ। ਚੂਰੀ ਕੁੱਟਾਂ ਤੇ ਉਹ ਖਾਂਦਾ ਨਾ ਹੀ, ਉਹਨੂੰ ਦਿਲ ਦਾ ਮਾਸ ਖਵਾਇਆ,
ਇੱਕ ਉਡਾਰੀ ਇਸੇ ਐਸੀ ਮਾਰੀ, ਉਹ ਮੁੜ ਵਤਨੀ ਨਾ ਆਇਆ, ਮੈਂ ਵਾਰੀ ਜਾਂ। ਉਹ ਕਹਿੰਦੀ ਹੈ ਕਿ ਅਸਲ 'ਚ ਦਿਲ ਦਾ ਮਾਸ ਉਸ ਦੀ ਖੁਰਾਕ ਸੀ। ਮੈਂ ਬੇਸ਼ੱਕ ਬਥੇਰੀਆਂ ਚੂਰੀਆਂ ਕੁੱਟ ਕੇ ਖਵਾਉਣ ਦਾ ਯਤਨ ਕੀਤਾ, ਪਰ ਉਹ ਦਿਲ ਦਾ ਮਾਸ ਖਾਣਾ ਚਾਹੁੰਦਾ ਸੀ। ਮੈਂ ਉਹ ਵੀ ਉਸਨੂੰ ਖਵਾਇਆ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਉਹ ਇੱਕ ਐਸੀ ਉਡਾਰੀ ਮਾਰ ਕੇ ਕਿਸੇ ਹੋਰ ਦੇਸ਼ ਚਲਾ ਗਿਆ ਤੇ ਵਾਪਸ ਨਹੀਂ ਆਇਆ, ਪਰ ਮੈਂ ਫਿਰ ਵੀ ਉਸ ਤੋਂ ਕੁਰਬਾਨ ਜਾਨੀ ਹਾਂ, ਬੇਸ਼ੱਕ ਉਹ ਮੈਨੂੰ ਛੱਡ ਕੇ ਚਲਾ ਗਿਆ। ਇਹ ਸੀ ਗੀਤ ਸ਼ਿਕਰਾ। ਦੋ ਗੀਤ ਅਸੀਂ ਕੀਤੇ ਨੇ ਸ਼ਿਵ ਕੁਮਾਰ ਬਟਾਲਵੀ ਦੇ, ਇੱਕ ਮੈਂ ਕੰਡਿਆਲੀ ਥੋਰ ਤੇ ਦੂਜਾ ਸ਼ਿਕਰਾ। ਸੋ ਇਹ ਸੀ ਕੁਝ ਗੱਲਾਂ ਸ਼ਿਵ ਕੁਮਾਰ ਬਟਾਲਵੀ ਬਾਰੇ, ਸ਼ਿਵ ਕੁਮਾਰ ਬਟਾਲਵੀ ਦੀ ਕਾਵ ਰਚਨਾ ਬਾਰੇ, ਸ਼ਿਵ ਕੁਮਾਰ ਬਟਾਲਵੀ ਦੇ ਇਹਨਾਂ ਦੋ ਗੀਤਾਂ ਬਾਰੇ ਜੋ ਤੁਹਾਡੇ ਸਿਲੇਬਸ ਦਾ ਹਿੱਸਾ ਨੇ। ਸੋ ਪਿਆਰੇ ਵਿਦਿਆਰਥੀਓ, ਇਹਨਾਂ ਗੀਤਾਂ ਨੂੰ ਸਿਰਫ ਮੰਨਣਾ ਹੀ ਨਹੀਂ, ਇਹਨਾਂ ਗੀਤਾਂ ਨੂੰ ਇਮਤਿਹਾਨ ਦੇ ਪੱਖ ਤੋਂ ਵੀ ਤੁਸੀਂ ਤਿਆਰ ਕਰਨਾ ਹੈ। ਤੇ ਫਿਰ ਕਿਸੇ ਨਵੇਂ ਲੈਕਚਰ ਦੇ ਵਿੱਚ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਰੱਬ ਰਾਖਾ।